ਤੀਸਰਾ ਦਿਨ ਸੰਗਤਾਂ ਵਿੱਚ ਤੀਸਰੇ ਦਿਨ ਉਤਸ਼ਾਹ ਕੁਝ ਵੱਧ ਹੀ ਸੀ, ਕਿਉਂਕਿ ਅੱਜ ਪਹੁੰਚਣਾ ਸੀ ਜਨਮ ਸਥਾਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਉਹ ਸਥਾਨ ਜਿੱਥੋਂ ਸਾਡੀ ਹੋਂਦ ਤੇ ਪਹਿਚਾਣ ਦੀ ਸ਼ੁਰੂਆਤ ਹੋਈ। ਅੱਜ ਅਸੀਂ ਪਹੁੰਚੇ ਨਨਕਾਣਾ ਸਾਹਿਬ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸੰਗਤਾਂ ਦਾ ਗੁਲਾਬ ਦੇ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਸਾਰੀਆਂ ਸੰਗਤਾਂ ਨਨਕਾਣਾ ਸਾਹਿਬ ਪਹੁੰਚ ਕੇ ਭਾਵੁਕ ਹੋ ਗਈਆਂ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜਿਸ ਘੜੀ ਦੀ ਉਡੀਕ ਸੀਗੀ ਉਹ ਘੜੀ ਜਿਹੜੀ ਸਾਡੀ ਆ ਚੁੱਕੀ ਆ। ਅਸੀਂ ਪਹੁੰਚ ਚੁੱਕੇ ਆ ਜਨਮ ਸਥਾਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨਨਕਾਣਾ ਸਾਹਿਬ। ਸੋ ਜਿਸ ਮਕਸਦ ਦੇ ਨਾਲ ਤੁਰੇ ਸੀਗੇ ਇੰਗਲੈਂਡ ਤੋਂ, ਉਹ ਮਕਸਦ ਜਿਹੜਾ ਪੂਰਾ ਹੋਇਆ ਆ। ਅੱਖਾਂ ਵੀ ਨਮ ਨੇ, ਗੁਰੂ ਸਾਹਿਬ ਨੇ ਕਿਰਪਾ ਕੀਤੀ ਆ। ਅਸੀਂ ਅੱਜ ਮੈਂ ਸਾਰੇ ਜਿੰਨੇ ਵੀ ਸਾਡੇ ਨਾਲ ਸੰਗਤਾਂ ਆਈਆਂ, ਮੈਂ ਚਾਹੂੰਗੀ ਕਿ ਜ਼ਰੂਰ ਇਸ ਟਾਈਮ ਉਹ ਵੀ ਥੋੜ੍ਹਾ ਜਿਹਾ ਆਪਣੇ ਸ਼ਬਦ ਜਿਹੜੇ ਆ ਜ਼ਰੂਰ ਸਾਰਿਆਂ ਨਾਲ ਸਾਂਝੇ ਕਰਨ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਤੁਹਾਨੂੰ ਜਨਮ ਸਥਾਨ 'ਤੇ ਪਹੁੰਚਣ ਦੀ ਸਾਰੀ ਸੰਗਤ ਨੂੰ ਵਧਾਈਆਂ ਦਿੰਦੀ ਹਾਂ। ਸਾਨੂੰ ਇੰਨੀ ਖੁਸ਼ੀ ਹੋਈ ਹੈ ਕਿ ਮੇਰੇ ਪਾਸ ਅਲਫਾਜ਼ ਨਹੀਂ ਹੈ ਜਿਨ੍ਹਾਂ ਨਾਲ ਮੈਂ ਸਿਫਤ ਕਰ ਸਕਾਂ। ਬਸ ਮੈਂ ਇੰਨਾ ਕਹਿਣਾ ਚਾਹੁੰਦੀ ਹਾਂ। ਅੱਜ ਬਹੁਤ ਭਾਗਾ ਵਾਲਾ ਵਡਭਾਗਾ ਦਿਨ ਆ। ਅੱਜ ਸਾਰੀ ਸੰਗਤ ਇੱਥੇ ਪਹੁੰਚੀ ਆ। ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ। ਪਰਮਾਤਮਾ ਸਭ ਤੇ ਬਾਬਾ ਗੁਰੂ ਨਾਨਕ ਦੇਵ ਜੀ ਦੇ ਲੱਖ ਲੱਖ ਸ਼ੁਕਰ ਆ, ਜਿਨ੍ਹਾਂ ਦੀ ਧੂੜੀ ਨੂੰ ਅਸੀਂ ਤਰਸਦੇ ਸੀ। ਅੱਜ ਉਹਨਾਂ ਨੇ ਸਾਡੇ ਤੇ ਕਿਰਪਾ ਕੀਤੀ ਆ। ਅਸੀਂ ਉਹਨਾਂ ਦੇ ਚਰਨਾਂ ਵਿੱਚ ਆਏ ਆ, ਸਿਰ ਤੇ ਹੱਥ ਰੱਖਣ। ਬਸ ਵਾਹਿਗੁਰੂ ਖਾਲਸਾ ਵਾਹਿਗੁਰੂ। ਅੱਜ ਅਸੀਂ ਪਹੁੰਚੇ ਹਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਤੇ ਬਹੁਤ ਹੀ ਆਨੰਦ ਆ ਰਿਹਾ ਆ। ਸਾਰੀਆਂ ਸੰਗਤਾਂ ਜੋ ਸਾਡੇ ਨਾਲ ਆਈਆਂ ਨੇ ਬਹੁਤ ਹੀ ਇੰਜੋਏ ਕਰ ਰਹੀਆਂ ਨੇ, ਤੇ ਮੈਂ ਸਾਰੇ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ। ਤੇ ਬਾਬਾ ਜੀ ਦੇ ਜਨਮ ਸਥਾਨ 'ਤੇ ਪਹੁੰਚਣ 'ਤੇ ਅਸੀਂ ਨਤਮਸਤਕ ਹੁੰਦੇ ਹਾਂ, ਤੇ ਆਸ਼ਾ ਕਰਦੇ ਹਾਂ ਕਿ ਬਾਬਾ ਜੀ ਦਾ ਸਾਨੂੰ ਸਦਾ ਭੇਜਦਾ ਰਹੂਗਾ। ਅਸੀਂ ਆਉਂਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਈਕ ਲੈ ਰੱਖੋ। ਬਾਬਾ ਨਾਨਕ ਜਨਮ ਸਥਾਨ ਹੈ ਜੀ। ਅਸੀਂ ਆਪਣੇ ਬਹੁਤ ਵਡਭਾਗੇ ਸਮਝਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸੋ ਜੀ ਬਹੁਤ ਖੁਸ਼ੀ ਹੋ ਰਹੀ ਆ ਮਨ ਦੇ ਵਿੱਚ ਕਿ ਅੱਜ ਜਨਮ ਸਥਾਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨਨਕਾਣਾ ਸਾਹਿਬ ਪਹੁੰਚੇ ਆ। ਸੋਚਿਆ ਨਹੀਂ ਸੀ ਕਦੀ ਕਿ ਇਹ ਆਸ ਪੂਰੀ ਹੋਏਗੀ, ਪਰ ਧੰਨਵਾਦ ਮੈਂ ਕਰੂੰਗੀ ਪਾਕਿਸਤਾਨ ਸਰਕਾਰ ਦਾ ਵੀ ਕਿ ਜਿਨ੍ਹਾਂ ਨੇ ਮੌਕਾ ਦਿੱਤਾ ਸਾਰਿਆਂ ਨੂੰ ਇੱਥੇ ਪਹੁੰਚੇ ਹਾਂ ਅਸੀਂ। ਸੋ KTV ਦਾ ਮਕਸਦ ਬਣਿਆ ਕਿ KTV ਦੇ ਥਰੂ ਅੱਜ ਇਸ ਪਵਿੱਤਰ ਧਰਤੀ ਦੇ ਜਿਹੜੇ ਦਰਸ਼ਨ ਹੋਏ ਨੇ। ਉਮੀਦ ਕਰਦੀ ਹਾਂ ਗੁਰੂ ਮਹਾਰਾਜ ਕਿਰਪਾ ਕਰਨਗੇ, ਸਾਡੀ ਯਾਤਰਾ ਸਫਲ ਹੋਵੇਗੀ ਅੱਗੇ ਆਉਣ ਵਾਲੀ ਵੀ। ਤੇ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਜਿਹੜੀ ਆ ਉਹ ਇੱਥੇ ਨਨਕਾਣਾ ਸਾਹਿਬ KTV ਵੱਲੋਂ ਤੇ KTV ਦੀਆਂ ਸਾਰੀਆਂ ਸੰਗਤਾਂ ਵੱਲੋਂ ਕੀਤੀ ਜਾਵੇਗੀ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ। ਤੁਹਾਨੂੰ ਦਰਸ਼ਨ ਜਿਹੜੇ ਅੱਜ ਅਸੀਂ ਇੱਥੇ ਕਰਵਾਵਾਂਗੇ। ਇਹ ਇਮਾਰਤ ਤੁਹਾਨੂੰ ਜਿਹੜੀ ਦਿਖਾਈ ਦੇ ਰਹੀ ਆ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਦੀ। ਹਰ ਇੱਕ ਸਿੱਖ ਦੀ ਰੂਹ ਚਾਹੁੰਦੀ ਆ ਕਿ ਇਸ ਸਥਾਨ ਦੇ ਦਰਸ਼ਨ ਜਿਹੜੇ ਆ ਉਹ ਅਸੀਂ ਕਰੀਏ। ਸੋ ਅੱਜ ਤੁਹਾਨੂੰ ਅਸੀਂ ਦਰਸ਼ਨ ਇੱਥੇ ਕਰਵਾਵਾਂਗੇ। ਇਸ ਪਵਿੱਤਰ ਧਰਤੀ ਦੇ ਕਦਮ ਰੱਖਦਿਆਂ ਹੀ ਅੱਖਾਂ ਨਮ ਹੋ ਗਈਆਂ। ਭਾਗਾਂ ਵਾਲੇ ਆ ਕਿ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੇ ਅੱਜ ਇਸ ਪਵਿੱਤਰ ਸਥਾਨ 'ਤੇ ਅਸੀਂ ਪਹੁੰਚੇ ਹਾਂ। ਲਾਹੌਰ ਦੇ ਵਿੱਚ ਇਹ ਸਥਾਨ ਜਿਹੜਾ ਅਸੀਂ ਜਿੱਥੇ ਪਹੁੰਚੇ ਹਾਂ, ਲਾਹੌਰ ਸ਼ਹਿਰ ਪਹਿਲਾਂ ਦੇਖਿਆ, ਹੋਰ ਜਿਹੜੇ ਲਾਹੌਰ ਦੇ ਧਾਰਮਿਕ ਸਥਾਨ ਨੇ ਉਹਨਾਂ ਦੇ ਦਰਸ਼ਨ ਤੁਹਾਨੂੰ ਕਰਵਾਏ ਨੇ, ਤੇ ਅੱਜ ਅਸੀਂ ਤੁਹਾਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਜਿਹੜੇ ਉਹ ਕਰਵਾਵਾਂਗੇ। ਸੋ ਚੱਲਦੇ ਹਾਂ ਅੰਦਰ ਜਾ ਕੇ, ਪਹਿਲਾਂ ਨਮਸਤਕ ਹੁੰਦੇ ਹਾਂ
ਉਸ ਤੋਂ ਬਾਅਦ ਅਰਦਾਸ ਕਰਦੇ ਹਾਂ ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕਰਦੇ ਹਾਂ। ਸੋ ਚੱਲਦੇ ਹਾਂ ਅੰਦਰ, ਆ ਜਾਓ ਤੁਸੀਂ ਸਾਰੇ ਪਹੁੰਚੀਏ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਵਿਖੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕਰਵਾਈ ਗਈ। ਇਸ ਉਪਰੰਤ ਸੰਗਤਾਂ ਨੇ ਸ਼ਹੀਦੀ ਜੰਡ ਦੇ ਦਰਸ਼ਨ ਵੀ ਕੀਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਅਸੀਂ ਮੌਜੂਦ ਹਾਂ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਸ਼ਹੀਦੀ ਜੰਡ ਦੇ ਨਾਲ। ਸ਼ਹੀਦੀ ਜੰਡ ਇਹ ਉਹ ਅਸਥਾਨ ਹੈ, ਸ਼ਹੀਦੀ ਅਸਥਾਨ ਹੈ ਜਿੱਥੇ 200 ਸਿੱਖ ਸ਼ਹੀਦ ਹੋਏ। ਮਹੰਤਾਂ ਦੇ ਕਬਜ਼ੇ ਤੋਂ ਗੁਰਦੁਆਰੇ ਨੂੰ ਆਜ਼ਾਦ ਕਰਾਉਣ ਦੀ ਖਾਤਰ 200 ਸਿੱਖਾਂ ਦੀ ਸ਼ਹੀਦੀ ਇਸ ਗੁਰਦੁਆਰੇ 'ਚ ਹੋਈ। ਜਿੱਥੇ ਆਪ ਜੀ ਦਰਖਤ ਦੇ ਦਰਸ਼ਨ ਕਰ ਰਹੇ ਹੋ, ਇਹ ਦਰਖਤ ਹੈ ਸ਼ਹੀਦੀ ਜੰਡ। ਇਹ ਜੰਡ ਭਾਈ ਲਛਮਣ ਸਿੰਘ ਦਾ ਸ਼ਹੀਦੀ ਅਸਥਾਨ ਹੈ ਜਿੱਥੇ ਭਾਈ ਲਛਮਣ ਸਿੰਘ ਨੂੰ ਜ਼ਿੰਦਾ ਉਲਟਾ ਲਟਕਾ ਕੇ ਜਲਾਇਆ ਗਿਆ ਸੀ। ਤੇ ਇਸ ਵੇਲੇ ਇੱਥੇ ਸਾੜ ਦੇ ਨਿਸ਼ਾਨ ਵੀ ਮੌਜੂਦ ਨੇ। ਔਰ ਸਾਡੇ ਨਾਲ ਇਸ ਵੇਲੇ ਵੀਰ ਜੀ ਪ੍ਰੇਮ ਸਿੰਘ ਨੇ ਜੋ ਕਿ ਸਾਡੇ ਸੀਨੀਅਰ ਵੀ ਨੇ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਨੇ, ਇਹ ਤੁਹਾਨੂੰ ਦੱਸਣਗੇ। ਵਾਹਿਗੁਰੂ ਜੀ ਕੀ ਫਤਿਹ। ਜਿੰਨੀਆਂ ਵੀ ਸੰਗਤਾਂ ਯੂਕੇ ਤੋਂ ਆਈਆਂ ਨੇ ਸਾਰਿਆਂ ਨੂੰ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਜੈ ਨੂੰ ਆਖਦਾ। ਤੁਸੀਂ ਵੱਡੇ ਭਾਗਾਂ ਵਾਲੇ ਹੋ ਕਿ ਅੱਜ ਤੁਸੀਂ ਦੂਰ ਦਰਾਡੇ ਦੇਸ਼ਾਂ 'ਚੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਪ੍ਰਕਾਸ਼ ਅਸਥਾਨ ਜਿਹਨੂੰ ਗੁਰਦੁਆਰਾ ਜਨਮ ਅਸਥਾਨ ਕਹਿ ਕੇ ਆਪਾਂ ਯਾਦ ਕਰਦੇ ਹਾਂ, ਉਹਨਾਂ ਦੇ ਪਵਿੱਤਰ ਦਰਸ਼ਨਾਂ ਵਾਸਤੇ ਅਤੇ ਹੋਰ ਜਿਹੜੇ ਪਾਕਿਸਤਾਨ ਦੇ ਵਿੱਚ ਇਤਿਹਾਸਕ ਗੁਰਦੁਆਰੇ ਨੇ ਉਹਨਾਂ ਦੇ ਦਰਸ਼ਨ ਦੀਦਾਰੇ ਵਾਸਤੇ ਤੁਸੀਂ
ਪਹੁੰਚੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਆਖਦਾ। ਔਰ ਇਸ ਵੇਲੇ ਜਿਹੜੇ ਆਪਾਂ ਖੜੇ ਆ, ਇਹ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਵਿੱਤਰ ਅਸਥਾਨ ਹੈ। 1469 ਦੇ ਵਿੱਚ ਇਸ ਸਥਾਨ ਤੇ ਸਿੱਖ ਧਰਮ ਦੇ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਵਤਾਰ ਹੋਇਆ, ਔਰ ਜਿਹਦੇ ਬਾਰੇ ਭਾਈ ਗੁਰਦਾਸ ਸਾਹਿਬ ਜੀ ਨੇ ਬਹੁਤ ਸੋਹਣਾ ਲਿਖਿਆ ਹੈ ਕਿ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਏ ਪਠਾਇਆ, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਇਸ ਪਵਿੱਤਰ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਹੋਇਆ। ਇੱਥੇ ਹੀ ਗੁਰੂ ਪਾਤਸ਼ਾਹ ਨੇ ਆਪਣਾ ਬਚਪਨ ਗੁਜ਼ਾਰਿਆ। ਬਚਪਨ ਦੇ ਵਿੱਚ ਜੋ ਆਪ ਜੀ ਦੇ ਕੌਤਕ ਸਾਹਮਣੇ ਆਏ, ਰਾਏ ਬਲਾਰ ਭੱਟੀ ਜਿਨ੍ਹਾਂ ਨੇ ਸਾਰੇ ਕੌਤਕ ਦੇਖੇ, ਉਸ ਵੇਲੇ ਦੇ ਜਿਹੜੇ ਇਹ ਹਾਕਮ ਸੀ ਇੱਥੋਂ ਦੇ, ਕਹਿ ਲਓ ਇਹ ਬਹੁਤ ਵੱਡੇ ਜਗੀਰਦਾਰ ਸੀ, ਔਰ ਗੁਰੂ ਪਾਤਸ਼ਾਹ ਦੀ ਅਜ਼ਮਤ ਵਡਿਆਈ ਤੋਂ ਉਹ ਮੁਤਾਸਰ ਸੀ। ਭੈਣ ਨਾਨਕੀ ਜਿਨ੍ਹਾਂ ਨੇ ਇਸ ਸਥਾਨ ਤੇ ਇੱਥੇ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਾਲ ਉਮਰ ਦੇ ਵਿੱਚ ਖਿਡਾਇਆ। ਔਰ ਨਨਕਾਣਾ ਸਾਹਿਬ ਦੇ ਵਿੱਚ ਸਥਿਤ ਜਿਹੜੇ 7 ਗੁਰਦੁਆਰੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਤੋਂ ਲੈ ਕਰਕੇ ਉਹਨਾਂ ਦੇ ਜਿਹੜਾ ਮੁੱਢਲਾ ਜੀਵਨ ਉਹਨਾਂ ਦਾ ਗੁਜ਼ਰਿਆ, ਉਹਨਾਂ ਦੇ ਨਾਲ ਸੰਬੰਧਿਤ ਅਸਥਾਨ ਨੇ, ਜਿਹਦੇ ਪੱਟੀ ਸਾਹਿਬ, ਬਾਲੀਲਾ ਸਾਹਿਬ, ਕਿਆਰਾ ਸਾਹਿਬ, ਮਾਲਜੀ ਸਾਹਿਬ, ਤੰਬੂ ਸਾਹਿਬ, ਉਹ ਸਥਾਨ ਨੇ ਜਿੱਥੇ ਗੁਰੂ ਪਾਤਸ਼ਾਹ ਦੇ ਮੁਬਾਰਕ ਚਰਨ ਪਾਏ ਔਰ ਉੱਥੇ ਇਤਿਹਾਸਕ ਸਥਾਨ ਬਣੇ। ਔਰ ਤੁਸੀਂ ਨਾਲ ਦਰਸ਼ਨ ਵੀ ਕਰਦੇ ਰਹੋ। ਔਰ ਇਸ ਵੇਲੇ ਜੋ ਆਪਾਂ ਜਿੱਥੇ ਖੜੇ ਹਾਂ ਸਾਧ ਸੰਗਤ ਜੀ, ਇਹ ਸ਼ਹੀਦੀ ਜੰਡ ਹੈ। ਔਰ ਜਿਸ ਤਰ੍ਹਾਂ ਆਪਾਂ ਸਾਰੇ ਸਮਝਦੇ ਹਾਂ ਕਿ ਸਾਡੀ ਸਿੱਖ ਕੌਮ ਸ਼ਹੀਦਾਂ ਦੇ ਸਿਰਾਂ ਤੇ ਖੜੀ ਹੈ, ਉਹਨਾਂ ਮਹਾਨ ਸ਼ਹੀਦਾਂ ਕਰਕੇ ਅੱਜ ਸਾਨੂੰ ਸਰਦਾਰੀਆਂ ਮਿਲੀਆਂ ਨੇ। ਔਰ ਇਹ ਜੰਡ ਜਿਹੜਾ ਹੈ, ਇਹ ਸਾਨੂੰ ਉਸ ਸਾਕੇ ਦੀ ਯਾਦ ਦਿਵਾਉਂਦਾ ਹੈ ਜਿਹੜਾ ਇਸ ਸਥਾਨ ਤੇ 1921 ਦੇ ਵਿੱਚ ਵਾਪਰਿਆ। ਉਸ ਵੇਲੇ ਜਦੋਂ ਅੰਗਰੇਜ਼ ਗੋਰਾ ਰਾਜ ਸੀ, ਔਰ ਇਸ ਸਥਾਨ ਤੇ ਜਿਹੜੇ ਮਹੰਤ ਸੀ, ਨਰੈਣੂ ਵਰਗੇ ਮਹੰਤ ਜੋ ਬਹੁਤ ਜ਼ੁਲਮ ਕਰਦੇ ਸੀ ਸਿੱਖਾਂ ਦੇ ਨਾਲ, ਗੁਰੂ ਘਰ ਦੀ ਬੇਹਰਮਤੀ ਕਰਦੇ ਸੀ, ਇੱਥੇ ਉਹਨਾਂ ਦਾ ਕਬਜ਼ਾ ਸੀ। ਗੁਰੂ ਘਰ ਦੇ ਵਿੱਚ ਸ਼ਰੇਆਮ ਬੀੜੀਆਂ ਪੀਣੀਆਂ, ਸਿਗਰਟਾਂ ਪੀਣੀਆਂ, ਬੇਸਵਾਵਾਂ ਦਾ ਨਾਚ ਕਰਾਉਣਾ, ਬੀਬੀਆਂ ਦੀ ਬੇਪਤੀ ਕਰਨੀ, ਇਹ ਉਹਨਾਂ ਦਾ ਇੱਕ ਰੂਟੀਨ ਬਣ ਗਈ ਸੀ ਸਾਧ ਸੰਗਤ ਜੀ। ਔਰ ਲਾਸਟ ਟਾਈਮ ਜਦੋਂ ਇਹ ਸਾਕਾ ਵਾਪਰਿਆ 21 ਫਰਵਰੀ 1921 ਦੇ ਵਿੱਚ, ਉਸ ਤੋਂ ਕੁਛ ਅਰਸਾ ਪਹਿਲੇ, ਕੁਛ ਟਾਈਮ ਪਹਿਲੇ ਇੱਥੇ ਇੱਕ ਹਿੰਦੂ ਜੱਜ ਜਿਹੜਾ ਆਪਣੇ ਕਹਿ ਲਓ ਮਨੋਕਾਮਨਾ ਦੀ ਪੂਰਤੀ ਤੋਂ ਬਾਅਦ ਇੱਥੇ ਮੱਥਾ ਟੇਕਣ ਵਾਸਤੇ ਆਪਣੇ ਪਰਿਵਾਰ ਨਾਲ ਆਇਆ ਸੀ, ਤੇ ਉਸ ਦੀ ਬੱਚੀ ਦੇ ਨਾਲ ਇੱਥੇ ਰੇਪ ਕੀਤਾ ਗਿਆ ਉਹਨਾਂ ਹਿੰਦੂ ਗੁੰਡਿਆਂ, ਮਹੰਤਾ ਗੁੰਡਿਆਂ। ਅਫਸੋਸਨਾਕ, ਦਰਦਨਾਕ ਸੀ ਕਿ ਗੁਰੂ ਨਾਨਕ ਦਾ ਪਾਤਸ਼ਾਹ ਦਾ ਉਹ ਸਥਾਨ ਜਿੱਥੋਂ ਲੋਕਾਂ ਵਾਸਤੇ ਇੱਕ ਅਮਨ ਦਾ ਪੈਗਾਮ, ਅਮਨ ਸ਼ਾਂਤੀ ਦਾ ਪੈਗਾਮ ਮਿਲਦਾ, ਇੱਥੋਂ ਲੋਕ ਆਪਣੀਆਂ ਮਨ ਮੁਰਾਦਾਂ ਪੂਰੀਆਂ ਕਰਦੇ ਨੇ। ਇੱਥੇ ਹੁਣ ਇਹ ਕੰਮ ਮਹੰਤਾਂ ਨੇ ਸ਼ੁਰੂ ਕਰ ਲਿਆ, ਆਏ ਗਏ ਯਾਤਰੀਆਂ ਦੇ ਨਾਲ ਆਏ ਦਿਨ ਕੋਈ ਨਾ ਕੋਈ ਧੱਕਾ ਜ਼ਿਆਦਤੀ ਹੁੰਦੀ। ਸੋ ਭਾਈ ਲਛਮਣ ਸਿੰਘ ਧਾਰੋਵਾਲ ਜਿਹੜਾ ਇੱਥੋਂ 40 ਕਿਲੋਮੀਟਰ ਵਿੱਚ ਇੱਕ ਪਿੰਡ ਹੈ, ਉੱਥੋਂ ਦੇ ਰਹਿਣ ਵਾਲੇ ਸਨ। ਉਹਨਾਂ ਨੇ ਆਪਣੇ ਨਾਲ ਲਗਭਗ ਕੋਈ 200 ਸਿੰਘਾਂ ਦਾ ਜੱਥਾ ਨਾਲ ਇਕੱਠਾ ਕੀਤਾ ਔਰ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਕਿ ਆਪਾਂ ਜਾ ਕੇ ਇਸ ਪਵਿੱਤਰ ਸਥਾਨ ਨੂੰ ਮਹੰਤਾਂ ਦੇ ਨਾਪਾਕ ਹੱਥਾਂ 'ਚੋਂ ਆਜ਼ਾਦ ਕਰਾ ਸਕੀਏ। ਇਹ ਜੱਥਾ ਜਦੋਂ ਇੱਥੇ ਦਾਖਲ ਹੋਇਆ, ਪਹੁੰਚਿਆ, ਇੱਥੇ ਅੰਮ੍ਰਿਤ ਵੇਲੇ ਦਾ ਸਮਾਂ ਸੀ ਔਰ ਇੱਥੇ ਕੀਰਤਨ ਸ਼ੁਰੂ ਹੋਇਆ। ਉਹਨਾਂ ਨੇ ਕੀਰਤਨ ਆਰੰਭ ਕੀਤਾ। ਮਹੰਤਾਂ ਨੇ ਪੂਰੇ ਮਨਸੂਬੇ ਨਾਲ ਉਹਨਾਂ ਨੇ ਜੋ ਪੂਰੀ ਵਿਉਂਤਬੰਦੀ ਕੀਤੀ ਸੀ, ਗੁਰੂ ਘਰ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ ਔਰ ਕੀਰਤਨ ਕਰਦੇ ਸਿੰਘਾਂ ਨੂੰ, ਖਾਸ ਕਰ ਜਿਹੜੇ ਭਾਈ ਲਛਮਣ ਸਿੰਘ ਜਿਹੜੇ ਧਾਰੋਵਾਲੇ ਦੇ ਜਥੇਦਾਰ ਸੀ, ਉਹਨਾਂ ਨੂੰ ਪਕੜ ਕੇ ਇਸ ਜੰਡ ਦੇ ਨਾਲ, ਮੈਂ ਚਾਹਾਂਗਾ ਤੁਸੀਂ ਅੱਗੇ ਆ ਜਾਓ, ਮੈਂ ਤੁਹਾਨੂੰ ਨਜ਼ਰ ਦਿਖਾਵਾਂ। ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਕਿ ਉਹ ਦਰਖਤ, ਇਹ ਜੰਡ ਦਾ ਦਰਖਤ ਹੈ ਔਰ ਇਹ ਹਿੱਸਾ ਜਿਹਦੇ ਨਾਲ ਭਾਈ ਲਛਮਣ ਸਿੰਘ ਜੀ ਨੂੰ ਜਿੰਦਾ ਪੁੱਠਾ ਬੰਨ੍ਹ ਕੇ ਸਾੜ ਕੇ ਥੱਲੇ ਲੱਕੜੀਆਂ ਦਾ ਢੇਰ ਲਾ ਕੇ ਲੱਕੜਾਂ ਦਾ ਉਹਨਾਂ ਨੂੰ ਜਿੰਦਾ ਸਾੜਿਆ ਗਿਆ। ਅੱਜ ਵੀ ਇਹ ਸਾਨੂੰ ਇਹ ਜੰਡ ਜਿਹੜਾ ਹੈ ਉਹਨਾਂ ਦੀ ਪਵਿੱਤਰ ਸ਼ਹੀਦੀ ਯਾਦ ਸਾਨੂੰ ਯਾਦ ਕਰਾਉਂਦਾ ਹੈ ਔਰ ਇਹ ਵੀ ਯਾਦ ਕਰਾਉਂਦਾ ਹੈ ਕਿ ਜਦੋਂ ਵੀ ਲੋੜ ਪੈਂਦੀ ਹੈ, ਕੋਈ ਵੀ ਸਿੱਖ ਕੌਮ ਦੇ ਨਰਾਦਰੀ ਕਰਦੇ ਆ, ਗੁਰੂ ਘਰ ਦੀ ਨਰਾਦਰੀ ਕਰਦਾ, ਕੋਈ ਨਾ ਕੋਈ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਕੋਈ ਸਿੰਘ ਨਿੱਤਰਦਾ ਔਰ ਉਹਦਾ ਉਹ ਜਿਹੜਾ ਹੈ ਉਹਨੂੰ ਸੋਧਾ ਲੈਂਦਾ, ਉਹਦਾ ਜਿਹੜਾ ਹੈ ਉਹ ਉਸ ਨੂੰ ਸੁਧਾਰ ਕਰਦਾ ਉਹਦਾ। ਸੋ ਇੱਕ ਖਿਆਲੀ ਫੋਟੋ ਵੀ ਬਣਾਈ ਗਈ ਹੈ ਪੰਜਾਬੀ ਸਿੱਖ ਸੰਗਤ ਦੇ ਤਾਵਨ ਦੇ ਨਾਲ, ਉਹਨਾਂ ਦੇ ਸਹਿਯੋਗ ਦੇ ਨਾਲ। ਇਸ ਪਿਕ ਦੇ ਵਿੱਚ ਇਹੀ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਭਾਈ ਲਛਮਣ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਸ਼ਹੀਦ ਕੀਤਾ ਗਿਆ। ਸਾਥੀ ਨਾਲ ਮੈਂ ਦੱਸਦਾ ਜਾਵਾਂ, ਇਹੀ ਨਹੀਂ ਸਿਰਫ ਭਾਈ ਲਛਮਣ ਸਿੰਘ ਨੂੰ ਇਸ ਦਰਖਤ ਦੇ ਨਾਲ ਜਿੰਦਾ ਪੁੱਠਾ ਬੰਨ੍ਹ ਕੇ ਸਾੜਿਆ ਗਿਆ, ਸ਼ਹੀਦ ਕੀਤਾ ਗਿਆ, ਇਹਨਾਂ ਦੇ ਨਾਲ ਲਗਭਗ 200 ਸਿੰਘ ਸੀ। ਇੱਕ ਛੋਟਾ ਬੱਚਾ ਦਰਬਾਰਾ ਸਿੰਘ ਜਿਹੜਾ ਇਸ ਜਥੇ ਦੇ ਨਾਲ ਸ਼ਾਮਲ ਸੀ, ਉਹਨਾਂ ਨੂੰ ਵੀ ਉਹ ਮਹੰਤ ਗੁੰਡਿਆਂ ਨੇ ਜਿਉਂਦੀ ਪੱਠੀ ਅੱਗ ਦੇ ਜਿਹੜੇ ਇੱਥੇ ਢੇਰੀਆਂ ਲੱਗੀਆਂ ਸੀ ਲਾਸ਼ਾਂ ਦੀਆਂ, ਉਹਨਾਂ ਦੇ ਵਿੱਚ ਸੁੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ। ਕਿਸੇ ਇੱਕ ਯਾਤਰੂ ਨੂੰ ਵੀ ਉਹਨਾਂ ਨੇ ਨਹੀਂ ਛੱਡਿਆ ਜਿਹੜੇ ਜਥੇ ਦੇ ਵਿੱਚ ਆਏ ਸੀ,
ਸਾਰਿਆਂ ਦੇ ਉਹਨਾਂ ਨੂੰ ਟੁਕੜੇ ਟੁਕੜੇ ਕਰਕੇ ਜਗ੍ਹਾ ਜਗ੍ਹਾ ਢੇਰ ਲਾਏ ਗਏ। ਉੱਪਰ ਮਿੱਟੀ ਦਾ ਤੇਲ ਪੈਟਰੋਲ ਪਾ ਕੇ ਅੱਗਾਂ ਲਾਈਆਂ ਗਈਆਂ। ਸਾਰੇ ਜੱਥੇ ਨੂੰ ਸ਼ਹੀਦ ਕੀਤਾ ਗਿਆ। ਫਿਰ ਜਦੋਂ ਇਹ ਗੱਲ ਬਾਹਰ ਪਹੁੰਚੀ ਤੇ ਬਹੁਤ ਸਾਰੇ ਸਿੱਖ, ਕਿਉਂਕਿ ਪੰਜਾਬ ਵਿੱਚ ਆਬਾਦੀ ਬਹੁਤ ਜ਼ਿਆਦਾ ਸੀ, ਇਹਨਾਂ ਦੇ ਇੱਕ ਸਾਥੀ ਸੀ ਕਰਤਾਰ ਸਿੰਘ ਝੱਬਰ, 2200 ਜੱਥਾ ਉਹਨਾਂ ਦੇ ਨਾਲ ਸੀ, ਉਹ ਵੀ ਇੱਥੇ ਪਹੁੰਚ ਗਿਆ ਤੇ ਬਹੁਤ ਜ਼ਿਆਦਾ ਇੱਕ ਜਿਹੜਾ ਹੈ ਸਿੰਘਾਂ ਦੇ ਵਿੱਚ ਰੋਸ ਪਾਇਆ ਗਿਆ। ਉਦੋਂ ਗੋਰਾ ਸਰਕਾਰ ਨੇ ਦੇਖਿਆ ਕਿ ਹੁਣ ਹਾਲਾਤ ਜਿਹੜੇ ਨੇ ਬਹੁਤ ਜ਼ਿਆਦਾ ਖਰਾਬ ਹੋ ਗਏ ਨੇ, ਹਾਲਾਤ ਕੰਟਰੋਲ ਤੋਂ ਬਾਹਰ ਨੇ, ਤੇ ਉਹਨਾਂ ਨੇ ਉਸੇ ਟਾਈਮ ਜਿਹੜੀਆਂ ਚਾਬੀਆਂ ਸੀ ਉਹ ਸਿੰਘਾਂ ਦੇ ਹਵਾਲੇ ਕਰ ਦਿੱਤੀਆਂ। ਭਾਈ ਕਰਤਾਰ ਸਿੰਘ ਝੱਬਰ ਨੂੰ ਇਹ ਚਾਬੀਆਂ ਮਿਲੀਆਂ। ਇਸ ਤਰ੍ਹਾਂ ਸ਼ਹੀਦਾਂ, ਇਹਨਾਂ ਦੇ ਸ਼ਹੀਦਾਂ ਦੀ ਬਦੌਲਤ ਇਹ ਗੁਰੂ ਘਰ ਜਿਹੜਾ ਹੈ 1921 ਦੇ ਵਿੱਚ ਆਜ਼ਾਦ ਹੋਇਆ। ਹਰ ਸਾਲ 19 ਤੋਂ 21 ਫਰਵਰੀ ਨੂੰ ਤੱਕ ਇਹਨਾਂ ਦਾ ਜਿਹੜਾ ਹੈ ਸ਼ਹੀਦੀ ਦਿਨ ਮਨਾਇਆ ਜਾਂਦਾ ਹੈ ਤੇ 2021 ਦੇ ਵਿੱਚ ਇਹ 100 ਸਾਲ ਇਸ ਨੂੰ ਹੋ ਗਿਆ ਸੀ, 100 ਸਾਲਾ ਮਨਾਇਆ ਗਿਆ ਸ਼ਹੀਦੀ ਦਿਹਾੜਾ। ਵੈਸੇ ਹਰ ਸਾਲ 19 ਤੋਂ 21 ਤੱਕ ਜਿਹੜਾ ਫਰਵਰੀ ਦੇ ਮਹੀਨੇ 'ਚ ਇਹਨਾਂ ਦਾ ਜਿਹੜਾ ਅਖੰਡ ਪਾਠ ਸਾਰਾ ਹੁੰਦੇ ਨੇ। ਪੂਰਾ ਜਿਹੜਾ ਹੈ ਸਰਕਾਰੀ ਤੌਰ 'ਤੇ ਵੀ ਇੱਥੇ ਜਿਹੜੀ ਆ ਸੰਗਤਾਂ ਆਉਂਦੀਆਂ ਨੇ ਔਰ ਇਸ ਦਿਨ ਨੂੰ ਜਿਹੜਾ ਮਨਾਇਆ ਜਾਂਦਾ ਹੈ। ਤੇ ਇਹ ਜਿਹੜਾ ਸਾਹਮਣੇ ਸਥਾਨ ਹੈ ਵੀ ਦਰਸ਼ਨ ਕਰ ਲਓ, ਜਿੱਥੇ ਪਾਲਕੀ ਸਾਹਿਬ ਸਥਾਪਿਤ ਹੈ। ਇੱਥੇ ਉਹ ਸਥਾਨ ਜਿੱਥੇ ਸਾਰਿਆਂ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ। ਜਦੋਂ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਮਿਲ ਗਈਆਂ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਅਛੜੀਆਂ ਲਾਸ਼ਾਂ, ਹੱਡੀਆਂ ਤੇ ਖੋਪੜੀਆਂ ਸਾਰੀ ਇਕੱਠੀਆਂ ਕਰਕੇ ਤੇ ਇਸ ਸਥਾਨ ਤੇ ਉਹਨਾਂ ਸਾਰਿਆਂ ਦਾ ਸਮੂਹ ਸੰਸਕਾਰ ਕੀਤਾ ਗਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਦਰਸ਼ਨ ਕਰਕੇ ਹਟੇ ਆ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ। ਸੋ ਨਾਲ ਦੇ ਨਾਲ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਜਿਹੜੀ ਆ ਉਹ ਵੀ ਹੋਈ ਆ ਤੇ ਜਲਦ ਹੀ ਤੁਹਾਨੂੰ ਜਿਹੜਾ ਆ ਅਸੀਂ ਸਕਰੀਨ ਦੇ ਉੱਤੇ ਉਹ ਦਰਸ਼ਨ ਵੀ ਕਰਵਾਵਾਂਗੇ। ਪਿੱਛੇ ਤੁਸੀਂ ਦੇਖ ਸਕਦੇ ਹੋ ਮੇਰੇ, ਅਸੀਂ ਇਸ ਟਾਈਮ ਲੰਗਰ ਹਾਲ ਦੇ ਬਿਲਕੁਲ ਸਾਹਮਣੇ ਆ। ਜਦੋਂ ਇੰਟਰ ਹੋਏ ਸੀਗੇ, ਆਏ ਸੀਗੇ ਤਾਂ ਕੁਝ ਹੋਰ ਜਿਹੜੀਆਂ ਮੈਂ ਕਹੂੰਗੀ ਕਿ ਵਿਚਾਰ ਸੀਗੇ ਮਨ ਦੇ ਵਿੱਚ ਦਰਸ਼ਨ ਕਰਕੇ, ਤੇ ਹੁਣ ਉਹ ਖੁਸ਼ੀ ਜਿਹੜੀ ਆ ਉਹ ਸਾਰਿਆਂ ਦੇ ਚਿਹਰੇ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਰਿਆਂ ਦੇ ਚਿਹਰੇ ਤੇ ਇਸ ਟਾਈਮ ਖੁਸ਼ੀ ਆ ਕਿ ਗੁਰੂ ਮਹਾਰਾਜ ਦੇ ਦਰਸ਼ਨ ਹੋਏ ਨੇ। ਸੋ ਇਸ ਪਵਿੱਤਰ ਸਥਾਨ ਦੇ ਦਰਸ਼ਨ ਹੋਏ ਨੇ। ਭਾਗਾਂ ਵਾਲੇ ਹਾਂ ਅਸੀਂ ਸਾਰੇ ਜਿੰਨੇ ਵੀ ਆਏ ਆ, ਤੇ ਨਾਲ ਦੇ ਨਾਲ KTV ਦੀਆਂ ਸਮੂਹ ਸੰਗਤਾਂ ਜਿਹੜੀਆਂ ਪ੍ਰੋਗਰਾਮ ਦੇਖਦੀਆਂ ਵੀ ਨੇ ਉਹ ਵੀ ਸਾਰੇ ਭਾਗਾਂ ਵਾਲੇ ਨੇ। ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰੋ। ਲੰਗਰ ਹਾਲ ਪਿੱਛੇ ਤੁਸੀਂ ਦੇਖ ਸਕਦੇ ਹੋ। ਅਸੀਂ ਵੀ ਹੁਣ ਲੰਗਰ ਛਕਣ ਲਈ ਇੱਥੇ ਪਹੁੰਚ ਚੁੱਕੇ ਹਾਂ ਤੇ ਬਾਕੀ ਜਿਹੜੀਆਂ ਸੰਗਤਾਂ ਨੇ ਮੈਂ ਦੇਖਦੀ ਹਾਂ ਕਿ ਇਸ ਟਾਈਮ ਉਹ ਕੀ ਸੋਚ ਰਹੇ ਨੇ, ਕਿਉਂਕਿ ਜਿੱਦਾਂ ਮੇਰੀ ਮੈਂ ਕਹੂੰਗੀ ਕਿ ਜਦੋਂ ਮੈਂ ਐਂਟਰ ਹੋਈ ਸੀਗੀ ਤੇ ਉਹੀ ਸੁਪਨਾ ਜਿਹੜਾ ਬਚਪਨ ਤੋਂ ਦੇਖਿਆ ਸੀਗਾ ਕਿ ਇਸ ਪਵਿੱਤਰ ਸਥਾਨ ਦੇ ਦਰਸ਼ਨ ਜਿਹੜੇ ਨੇ ਪਤਾ ਨਹੀਂ ਜਿੰਦੇ ਜੀ ਹੋਣੇ ਆ ਜਾਂ ਨਹੀਂ ਹੋਣੇ, ਪਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਦਰਸ਼ਨ ਜਿਹੜੇ ਹੋਏ ਨੇ। ਮਨ ਦੀ ਉਹ ਮੁਰਾਦ ਪੂਰੀ ਹੋਈ ਆ ਜੋ ਜਨਮ ਤੋਂ ਜਿਹੜੀ ਆ ਸਾਡੇ ਮਨ ਦੇ ਅੰਦਰ ਸੀਗੀ ਕਿ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰਨੇ ਨੇ, ਤੇ ਅੱਜ ਦਰਸ਼ਨ ਹੋਏ ਨੇ। ਸੋ ਇਸ ਟਾਈਮ ਮੈਂ ਦੇਖਦੀ ਹਾਂ ਕਿ ਸੰਗਤਾਂ ਦੇ ਵਿਚਾਰ ਕੀ ਨੇ, ਇਹ ਕੀ ਕਹਿਣਾ ਚਾਹੁੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਗੁਰੂ ਨਾਨਕ ਦਰਬਾਰ ਸਾਹਿਬ ਦੇ ਵਿੱਚ ਆਣ ਕੇ ਨਨਕਾਣਾ ਸਾਹਿਬ, ਸਾਡਾ ਮਨ ਬਹੁਤ ਖੁਸ਼ ਹੋਇਆ, ਬਹੁਤ ਸੋਹਣਾ ਚੰਗਾ ਲੱਗਾ, ਬਹੁਤ ਸੋਹਣਾ ਵਧੀਆ ਸਾਰਾ ਕੁਝ ਠੀਕ ਹੈ, ਬਹੁਤ ਵਧੀਆ ਹੈ। ਮਨ ਇੰਨਾ ਖੁਸ਼ ਹੋਇਆ ਕੁਛ ਜਾਣ ਕਹਿ ਨਹੀਂ ਸਕਦੇ ਹਨਾ, ਬਹੁਤ ਰੂਹ ਖੁਸ਼ ਹੋਈ। ਇੱਥੇ ਆ ਕੇ ਸ਼ਬਦ ਜਿਹੜੇ ਨੇ ਉਹ ਮੁੱਕ ਜਾਂਦੇ ਨੇ ਕਿ ਅੰਦਰੋਂ ਰੂਹ ਨੂੰ ਕਿੰਨਾ ਸਕੂਨ ਔਰ ਕਿੰਨੀ ਖੁਸ਼ੀ ਜਿਹੜੀ ਆ ਉਹ ਪ੍ਰਾਪਤ ਹੋਈ ਆ। ਸਾਡੇ ਨਾਲ ਹੋਰ ਵੀ ਨੇ ਸੰਗਤਾਂ, ਉਹਨਾਂ ਨਾਲ ਵੀ ਅਸੀਂ ਇਸ ਟਾਈਮ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਆਪ ਨੂੰ ਬੜੀ ਵਡਭਾਗੀ ਸਮਝਦੀ ਹਾਂ। ਗੁਰੂ ਜੀ ਨੇ ਬੜੀ ਮਿਹਰ ਕੀਤੀ ਹੈ ਮੇਰੇ ਤੇ, ਜਿਨ੍ਹਾਂ ਨੇ ਮੈਨੂੰ ਆਪ ਬੁਲਾਇਆ ਤੇ ਮੈਂ ਇੱਥੇ ਆਈ ਹਾਂ। ਮੈਂ ਆਸ ਕਰਦੀ ਹਾਂ ਦਾਤਾ ਸਭ ਨੂੰ ਇੱਥੇ ਬੁਲਾਵੇ, ਆਪਣੇ ਦਰਸ਼ਨ ਕਰਾਵੇ, ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਹੋਣ। ਮੈਂ ਇਹੀ ਅਰਦਾਸ ਕਰਨੀ ਹੈ ਜਿਹੜੇ ਸਾਨੂੰ ਲੈ ਕੇ ਆਏ ਨੇ, ਪਰਮਾਤਮਾ ਉਹਨਾਂ ਨੂੰ ਤੰਦਰੁਸਤੀ, ਲੰਬੀਆਂ ਉਮਰਾਂ ਦੇਈ। ਇਸੇ ਤਰ੍ਹਾਂ ਹੀ ਜਥੇ ਲੈ ਕੇ KTV ਵਾਲਾ ਆਉਂਦਾ ਰਹੇ। ਬਹੁਤ ਬਹੁਤ ਧੰਨਵਾਦ ਜੀ। ਤੇ ਮੈਂ ਹੁਣ ਤੁਹਾਨੂੰ ਲੈ ਜਾਂਦੀ ਹਾਂ ਅੰਕਲ ਜੀ ਸੋਹਣ ਸਿੰਘ ਸਾਡੇ, ਜਿਹੜੇ ਕਿ ਜਿਸ ਦਿਨ ਦੇ ਵੀ ਆਏ ਨੇ ਪੂਰੀਆਂ ਵੀਡੀਓ ਜਿਹੜੀਆਂ ਬਣਾ ਰਹੇ ਨੇ, ਪੂਰੇ ਦਰਸ਼ਨ ਜਿਹੜੇ ਕਰ ਰਹੇ ਨੇ। ਸੋ ਕਹਿੰਦੇ ਨੇ ਕਿ ਗਲਾ ਖਰਾਬ ਹੋ ਗਿਆ ਜੀ, ਬੋਲ ਨਹੀਂ ਹੋ ਰਿਹਾ। ਮੈਨੂੰ ਲੱਗਦਾ ਜ਼ਿਆਦਾ ਜਿਹੜਾ ਠੰਡਾ ਪਾਣੀ ਪੀ ਲਿਆ, ਕਿਉਂਕਿ ਧੁੱਪ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਤੇਜ਼ ਧੁੱਪ ਆ। ਵੈਸੇ ਇੰਗਲੈਂਡ ਵਾਲਿਆਂ ਨੂੰ ਹਮੇਸ਼ਾ ਵਿਟਾਮਿਨ D ਦੀ ਕਮੀ ਜਿਹੜੀ ਉਹ ਰਹਿੰਦੀ ਆ, ਉਹ ਅੱਜ ਅਸੀਂ ਪੂਰੀ ਕਰ ਰਹੇ ਆ। ਸੋ ਪਰ ਸਾਡੇ ਨਾਲ ਜਿਹੜੀਆਂ ਸੰਗਤਾਂ ਆਈਆਂ ਉਹ ਜਦੋਂ ਗਰਮੀ ਲੱਗਦੀ ਹੈ ਫਿਰ ਠੰਡਾ ਪਾਣੀ ਵੀ ਪੀ ਲੈਂਦੀਆਂ ਨੇ। ਸੋ ਉਹਦਾ ਇਫੈਕਟ ਜਿਹੜਾ ਉਹ ਨਜ਼ਰ ਆ ਰਿਹਾ ਨੇ। ਗਲੇ ਕਹਿੰਦੇ ਨੇ ਕਿ ਖਰਾਬ ਆ ਥੋੜਾ ਜਿਹਾ, ਪਰ ਫਿਰ ਵੀ ਗੁਰੂ ਮਹਾਰਾਜ ਦੀ ਕਿਰਪਾ ਜੀ। ਹੁਣ ਚੱਲਦੇ ਆ ਲੰਗਰ ਹਾਲ ਦੇ ਵਿੱਚ ਤੇ ਲੰਗਰ ਛਕਦੇ ਆ। ਗੁਰੂ ਮਹਾਰਾਜ ਜੀ ਦੇ ਜਨਮ ਸਥਾਨ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਦੇ ਉਪਰੰਤ ਸੰਗਤਾਂ ਨੇ ਨਨਕਾਣਾ ਸਾਹਿਬ ਲੰਗਰ ਵੀ ਛਕਿਆ।
ਜਨਮ ਸਥਾਨ ਉਸ ਸਥਾਨ ਤੇ ਉਸਰਿਆ ਹੋਇਆ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ-ਪਿਤਾ ਜੀ ਨਿਵਾਸ ਕਰਦੇ ਸਨ। ਇਹ ਸਥਾਨ ਪਹਿਲਾਂ ਰਾਏਪੁਰ ਕੀ ਤਲਵੰਡੀ ਦੇ ਨਾਮ ਨਾਲ ਪ੍ਰਸਿੱਧ ਸੀ। ਹੁਣ ਇਹ ਸਥਾਨ ਪਾਕਿਸਤਾਨ ਪੰਜਾਬ ਦੇ ਸ਼ੇਖੂਪੁਰੇ ਜ਼ਿਲ੍ਹੇ ਦਾ ਇੱਕ ਨਗਰ ਹੈ। ਇੱਥੇ ਹੀ ਗੁਰੂ ਮਹਾਰਾਜ ਜੀ ਦੇ ਜਨਮ ਸਥਾਨ ਯਾਨੀ ਕਿ ਉਹਨਾਂ ਦੇ ਘਰ ਗੁਰਦੁਆਰਾ ਸਾਹਿਬ ਜਨਮ ਸਥਾਨ ਸੁਭਾਈਮਾਨ ਹੈ। ਇਸ ਤੋਂ ਇਲਾਵਾ ਗੁਰੂ ਜੀ ਦੇ ਨਾਲ ਸੰਬੰਧਿਤ ਕੁਝ ਹੋਰ ਗੁਰੂ ਧਾਮਾਂ ਜਿਵੇਂ ਕਿ ਗੁਰਦੁਆਰਾ ਬਾਲ ਲੀਲਾ, ਮਾਲਜੀ ਸਾਹਿਬ, ਪੱਟੀ ਸਾਹਿਬ, ਕਿਆਰਾ ਸਾਹਿਬ ਅਤੇ ਤੰਬੂ ਸਾਹਿਬ ਜੀ ਦੇ ਵੀ ਦਰਸ਼ਨ ਸੰਗਤਾਂ ਨੇ ਕੀਤੇ। ਜਨਮ ਸਥਾਨ ਦੇ ਦਰਸ਼ਨਾਂ ਤੋਂ ਬਾਅਦ ਸੰਗਤਾਂ ਗੁਰਦੁਆਰਾ ਬਾਲ ਲੀਲਾ ਨਮਸਤਕ ਹੋਈਆਂ। ਇਹ ਸਥਾਨ ਜਨਮ ਸਥਾਨ ਤੋਂ ਦੱਖਣ ਪੂਰਬ ਵੱਲ ਸਥਿਤ ਹੈ। ਇਸ ਸਥਾਨ ਤੇ ਬਚਪਨ ਵਿੱਚ ਗੁਰੂ ਜੀ ਆਪਣੇ ਸਾਥੀਆਂ ਨਾਲ ਖੇਡਾਂ ਖੇਡਦੇ ਹੁੰਦੇ ਸਨ। ਉਸ ਤੋਂ ਉਪਰੰਤ ਸੰਗਤਾਂ ਨੇ ਗੁਰਦੁਆਰਾ ਪੱਟੀ ਸਾਹਿਬ ਦੇ ਦਰਸ਼ਨ ਕੀਤੇ। ਇਹ ਸਥਾਨ ਗੁਰਦੁਆਰਾ ਜਨਮ ਸਥਾਨ ਅਤੇ ਗੁਰਦੁਆਰਾ ਬਾਲ ਲੀਲਾ ਸਾਹਿਬ ਜੀ ਦੇ ਵਿਚਕਾਰ ਸਥਿਤ ਹੈ, ਜਿੱਥੇ ਗੁਰੂ ਜੀ ਗੋਪਾਲ ਪੰਤ ਦੇ ਪਾਸ ਪੜਨ ਗਏ ਅਤੇ ਉਹਨਾਂ ਨੂੰ ਹੀ ਉਪਦੇਸ਼ ਦੇ ਦਿੱਤਾ। ਇਤਿਹਾਸਕਾਰਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਪੱਟੀ ਗੁਰੂ ਸਾਹਿਬ ਜੀ ਵੱਲੋਂ ਇਸੇ ਸਥਾਨ ਤੇ ਉਚਾਰੀ ਗਈ ਸੀ। ਪਿੰਡ ਦੀਆਂ ਗਲੀਆਂ ਵਿੱਚੋਂ ਹੁੰਦੇ ਹੋਏ ਸੰਗਤਾਂ ਪਹੁੰਚੀਆਂ ਗੁਰਦੁਆਰਾ ਕਿਆਰਾ ਸਾਹਿਬ। ਇਹ ਉਹੀ ਸਥਾਨ ਹੈ ਜਿੱਥੇ ਆਪ ਜੀ ਨੂੰ ਆਪ ਜੀ ਦੇ ਪਿਤਾ ਜੀ ਮੱਝੀਆਂ ਚਰਾਉਣ ਭੇਜਿਆ ਕਰਦੇ ਸਨ। ਇੱਕ ਦਿਨ ਆਪ ਜੀ ਉਸ ਸੱਚੇ ਪਰਮਾਤਮਾ ਦੀ ਭਗਤੀ ਵਿੱਚ ਇੰਨੇ ਲੀਨ ਹੋ ਗਏ ਕਿ ਆਪ ਜੀ ਦੀਆਂ ਮੱਝਾਂ ਦੂਜੇ ਕਿਸਾਨ ਦੇ ਖੇਤਾਂ ਵਿੱਚ ਵੜ ਗਈਆਂ ਅਤੇ ਫਸਲ ਉਜਾੜ ਦਿੱਤੀ। ਕਿਸਾਨ ਨੇ ਗੁਰੂ ਸਾਹਿਬ ਜੀ ਦੀ ਸ਼ਿਕਾਇਤ ਚੌਧਰੀ ਰਾਏ ਬੁਲਾਰ ਜੀ ਕੋਲ ਕਰ ਦਿੱਤੀ, ਜਿਸ ਤੋਂ ਬਾਅਦ ਰਾਏ ਬੁਲਾਰ ਜੀ ਕਿਸਾਨ ਸਮੇਤ ਉਜੜੀ ਫਸਲ ਦੇਖਣ ਲਈ ਪਹੁੰਚੇ, ਪਰ ਖੇਤਾਂ ਵਿੱਚ ਦੂਣੀ ਚੌਣੀ ਲਹਿਰਾਉਂਦੀ ਫਸਲ ਦੇਖ ਕੇ ਸਾਰੇ ਦੰਗ ਰਹਿ ਗਏ। ਇਸੇ ਸਥਾਨ ਤੇ ਅੱਜ ਗੁਰਦੁਆਰਾ ਕਿਆਰਾ ਸਾਹਿਬ ਸੁਸ਼ੋਭਿਤ ਹੈ।